ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਅੱਜ ਤੁਹਾਡੇ ਵਾਸਤੇ ਲੈ ਕੇ ਆਏ ਭਾਈ ਮਾਰਚ ਦੇ ਕਰੰਟ ਅਫੇਅਰ 5 ਤੋਂ ਲੈ ਕੇ 8 ਤਰੀਕ ਤੱਕ। ਅੱਜ ਆਪਾਂ ਮਾਰਚ ਦੇ ਕਰੰਟ ਅਫੇਅਰ ਪੜਾਂਗੇ, 3 ਦਿਨਾਂ ਦੇ ਕਰੰਟ ਅਫੇਅਰ ਇਕੱਠੇ ਇੱਕ ਵੀਡੀਓ ਦੇ ਵਿੱਚ। ਠੀਕ ਹੈ ਜੀ। ਦੇਖੋ, ਕਰੰਟ ਅਫੇਅਰ ਆਪਣੇ ਮਾਰਚ ਦੇ ਹੋ ਜਾਣਗੇ, ਮਾਰਚ ਅਪ੍ਰੈਲ ਮਈ, ਜਿੰਨੇ ਚਿਰ ਆਪਣਾ ਪੇਪਰ ਨਹੀਂ ਹੁੰਦਾ। ਠੀਕ ਹੈ, ਘੱਟੋ ਘੱਟ ਆਪਾਂ ਪਿਛਲੇ 6 ਮਹੀਨੇ ਦੇ ਕਰੰਟ ਅਫੇਅਰ ਕਰਕੇ ਜਾਣੇ ਆ। ਠੀਕ ਹੈ ਜੀ, ਘੱਟੋ ਘੱਟ। ਓਕੇ, ਅਤੇ ਬਾਕੀ ਜੇ ਕੋਈ ਲੋੜ ਪਈ ਹੋਰ ਕਰੰਟ ਅਫੇਅਰ ਕਰਾਉਣ ਦੀ, ਉਸ ਨੂੰ ਕਰਵਾ ਦਾਂਗੇ। ਘੱਟੋ ਘੱਟ 6 ਮਹੀਨੇ ਦੇ ਆਪਾਂ ਨਾਲ ਹੀ ਚੱਲਾਂਗੇ। ਠੀਕ ਹੈ ਜੀ। ਅਤੇ ਆਪਾਂ ਬੜੀ ਡੀਪਲੀ ਨਹੀਂ ਕਰਨੇ ਕਰੰਟ ਅਫੇਅਰ। ਇੱਕ ਤੁਹਾਨੂੰ ਗੱਲ ਦੱਸਾਂ, ਵਿੱਚ ਮੈਂ ਦੇਖਿਆ ਗਾ ਬਹੁਤ ਡੀਪਲੀ ਕਰੰਟ ਅਫੇਅਰ ਕਰਵਾਈ ਜਾਂਦੇ। ਇੱਕ ਦਿਨ ਦੀ ਕਰੰਟ ਅਫੇਅਰਾਂ ਦੀ ਵੀਡੀਓ ਮਤਲਬ ਘੰਟੇ ਦੀ, ਸਵਾ ਘੰਟੇ ਦੀ ਹੁੰਦੀ ਹੈ। ਤਾਂ ਇੰਨੀ ਆਪਾਂ ਡੀਪਲੀ ਨਹੀਂ ਜਾਣਾ। ਠੀਕ ਹੈ ਜੀ, ਕਿਉਂਕਿ ਇਕੱਲੇ ਕਰੰਟ ਅਫੇਅਰ ਨਹੀਂ ਆਉਣੇ ਪੇਪਰ ਦੇ ਵਿੱਚ। ਜੇ 40 ਨੰਬਰਾਂ ਦੀ ਵੀ ਕੇ ਪਾਉਂਦੇ ਆ ਇਸ ਵਾਰ। ਠੀਕ ਹੈ, 40 ਨੰਬਰ ਦੇ ਕੇ ਦੇ ਵਿੱਚੋਂ ਘੱਟੋ ਘੱਟ 7 ਤੋਂ 8 ਨੰਬਰਾਂ ਦੇ ਕਰੰਟ ਅਫੇਅਰ ਮਸਾਂ ਆਉਣਗੇ ਉਹਦੇ 'ਚ। ਠੀਕ ਹੈ, ਅਤੇ ਬਾਕੀ ਹੋਰ 30 ਪੰਜਾਬ ਕੇ ਅਲੱਗ ਤੋਂ ਆਉਂਦੀ ਹੁੰਦੀ ਹੈ। ਠੀਕ ਹੈ, ਤਾਂ ਕਰਕੇ ਸਿਰਫ ਆਪਾਂ ਇੰਪੋਰਟੈਂਟ ਚੀਜ਼ਾਂ ਪੜ੍ਹ ਕੇ ਜਾਣੀਆਂ, ਬਸ ਸਿਰਫ ਇਕੱਲਾ ਫੈਕਟ ਪੜ੍ਹਨਾ, ਹੋਰ ਕੁਛ ਨਹੀਂ ਪੜ੍ਹਨਾ। ਠੀਕ ਹੈ। ਰੀਸੈਂਟਲੀ ਵਿਚ ਸਿਟੀ ਹੈਜ਼ ਕ੍ਰੀਏਟਡ ਆਪਣੀ ਗਨੀਜ਼ ਰਿਕਾਰਡ, ਗਨੀਜ਼ ਬੁੱਕ ਰਿਕਾਰਡ ਹੁੰਦੀ, ਜਿਹਦੇ ਰਿਕਾਰਡ ਮਤਲਬ ਦਰਜ ਕੀਤੇ ਜਾਂਦੇ, ਗਨੀਜ਼ ਰਿਕਾਰਡ ਬਾਈ ਲਾਈਟਿੰਗ 11.7 ਲੱਖ ਕਲੇ ਲੈਂਪਸ ਇਨ 10 ਮਿੰਟ। ਕਹਿੰਦੇ ਕਿਹੜੇ ਸ਼ਹਿਰ ਦੇ ਵਿੱਚ 10 ਮਿੰਟਾਂ ਦੇ ਵਿੱਚ 11.76 ਲੱਖ ਦੀਵੇ ਜਲਾ ਕੇ ਗਨੀਜ਼ ਰਿਕਾਰਡ ਬਣਾਇਆ ਗਿਆ। ਜਿਵੇਂ ਆਪਾਂ ਆਪਣੇ ਪਿੰਡ ਦੇ ਵਿੱਚ ਇੱਕ ਰਿਕਾਰਡ ਬਣਾ ਦਈਏ ਕਿ ਸਾਰੇ ਪਿੰਡ ਨੇ ਭਾਈ 10 ਮਿੰਟ ਲਗਾਤਾਰ ਇੰਨੇ ਦੀਵੇ ਜਲਾਉਣੇ ਆ, 11.71 ਲੱਖ ਦੀਵੇ ਜਲਾਏ ਆ। ਠੀਕ ਹੈ, ਅਤੇ ਇਹਨਾਂ ਵਿੱਚ ਕਿਹੜੀ ਸਟੇਟ ਨੇ, ਕਿਹੜੇ ਮਤਲਬ ਕਿਹਨੇ ਰਿਕਾਰਡ ਬਣਾਇਆ? ਇਹ ਬਣਾਇਆ ਆਪਣੇ ਏ ਨੰਬਰ ਆਪਸ਼ਨ ਉਜੈਨ ਨੇ। ਠੀਕ ਹੈ ਜੀ, ਦੀਵੇ ਜਲਾਏ ਇਹਨਾਂ ਨੇ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ਰੀਸੈਂਟਲੀ ਵਿੱਚ ਡੇਟ ਇੰਟਰਨੈਸ਼ਨਲ ਸੇਫਟੀ ਡੇ, ਇੰਟਰਨੈਸ਼ਨਲ ਸੇਫਟੀ ਡੇ, ਇੰਟਰਨੈਸ਼ਨਲ ਸਿਕਿਉਰਿਟੀ ਡੇ, ਦੋਨੇ ਇੱਕ ਹੀ ਦਿਨ ਦਾ ਦਿਨ ਹੈਗੇ ਦੋਨੇ। ਠੀਕ ਹੈ, ਦੋਨਾਂ ਨਾਮ ਦਿਨ ਇੱਕ ਹੈ, ਨਾਮ ਵੱਖੋ ਵੱਖਰੀ ਵੀ ਕਹਿ ਦਿੰਦੇ ਇਹਨਾਂ ਨੂੰ। ਠੀਕ ਹੈ, ਕਿਸ ਦਿਨ ਮਨਾਇਆ ਜਾਂਦਾ ਗਾ? ਰਾਸ਼ਟਰੀ ਸੁਰੱਖਿਆ ਦਿਵਸ ਕਿਸ ਦਿਨ ਮਨਾਇਆ ਜਾਂਦਾ ਗਾ? 4 ਆਪਸ਼ਨਾਂ ਤੁਹਾਡੇ ਸਾਹਮਣੇ, ਤਾਂ ਇਹਦਾ ਆਨਸਰ ਹੈਗਾ ਆਪਣਾ ਬੀ ਨੰਬਰ ਆਪਸ਼ਨ, 4 ਮਾਰਚ ਨੂੰ। ਦੇਖੋ, ਸਿਕਿਉਰਿਟੀ ਕਿੰਨੇ ਜਾਣੇ ਕਰਦੇ ਹੁੰਦੇ? ਹਮੇਸ਼ਾ 4 ਜਾਣੇ ਸਿਕਿਉਰਿਟੀ ਕਰਦੇ ਹੁੰਦੇ ਆ, ਤਾਂ ਕਰਕੇ 4 ਮਾਰਚ ਨੂੰ ਨੈਸ਼ਨਲ ਸੇਫਟੀ ਡੇ ਜਾਂ ਨੈਸ਼ਨਲ ਸਿਕਿਉਰਿਟੀ ਡੇ ਦੇ ਨਾਂ ਨਾਲ ਜਾਣਿਆ ਜਾਂਦਾ। ਪੀ ਡੀ ਐਫ ਇਹਨਾਂ ਮੈਂ ਅਪਲੋਡ ਕਰ ਦਿੱਤਾ। ਥੀਮ ਜ਼ਰੂਰ ਯਾਦ ਕਰ ਲਓ ਕਿ ਪੁੱਛ ਲੈਂਦੇ ਕਿ ਨੈਸ਼ਨਲ ਸਿਕਿਉਰਿਟੀ ਡੇ ਜਾਂ ਨੈਸ਼ਨਲ ਸੇਫਟੀ ਡੇ ਦਾ ਥੀਮ ਕੀ ਸੀ। ਠੀਕ ਹੈ ਜੀ, ਤਾਂ ਦੇਖੋ ਥੀਮ ਕੀ ਹੈਗਾ। ਥੀਮ ਹੈਗਾ ਨੇਚਰ ਯੰਗ ਮਾਈਂਡਸ। ਠੀਕ ਹੈ, ਸਪੈਲਿੰਗ ਸੀਗਾ ਨੇਚਰ ਯੰਗ ਮਾਈਂਡਸ ਡਿਵੈਲਪ ਸੇਫਟੀ ਕਲਚਰ। ਠੀਕ ਹੈ ਜੀ। NS ਨੈਸ਼ਨਲ ਸਿਕਿਉਰਿਟੀ ਕਮਿਸ਼ਨ ਦੀ ਸਥਾਪਨਾ 1966 ਦੇ ਵਿੱਚ ਹੋਈ ਸੀ, ਅਤੇ ਇਸ ਸਾਲ ਹੀ 1 ਨਵੰਬਰ ਨੂੰ 1966 ਨੂੰ ਇੱਕ ਸੂਬਾ ਬਣਿਆ ਸੀ। ਕਿਹੜਾ ਸੂਬਾ ਬਣਿਆ ਸੀ? ਪੰਜਾਬ। ਠੀਕ ਹੈ ਬੱਚੋ, ਇਹ ਚੀਜ਼ ਯਾਦ ਰੱਖ ਲਿਓ। ਰੀਸੈਂਟਲੀ ਵਿਚ ਸਟੇਟ ਹੈਜ਼ ਐਕਸਟੈਂਡ AFSPA ਇਨ ਸਟੇਟ ਫਰੋਮ 6 ਮੋਰ ਮੰਥ। ਕਿਸ ਰਾਜ ਦੇ ਵਿੱਚ ਅਫਸਪਾ ਨੂੰ 6 ਮਹੀਨੇ ਲਈ ਵਧਾ ਦਿੱਤਾ ਗਿਆ? ਅਫਸਪਾ ਕੀ ਹੈ ਬੱਚੋ? ਇਹ ਨਾ ਮਤਲਬ ਉਹਨੂੰ ਕੰਟਰੋਲ ਕਰਦੀ ਹੈ, ਅੱਤਵਾਦ ਨੂੰ ਕੰਟਰੋਲ ਕਰਨ ਵਾਸਤੇ ਇੱਕ ਫੋਰਸ ਹੈਗੀ। ਠੀਕ ਹੈ ਜੀ, ਤਾਂ ਇਹਨੇ 6 ਮਹੀਨੇ ਵਾਸਤੇ ਕਿਹੜੇ ਦੇਸ਼ ਦੇ, ਕਿਹੜੀ ਸਟੇਟ ਦੇ ਵਿੱਚ ਵਧਾਤਾ ਇਹਨਾਂ ਨੇ? ਇਹ ਵਧਾਤਾ ਆਪਣੇ ਅਸਾਮ ਦੇ ਵਿੱਚ। ਠੀਕ ਹੈ ਜੀ, ਤੁਸੀਂ ਫੁੱਲ ਫਾਰਮ ਦੇਖ ਲਓ ਅਫਸਪਾ ਦੀ ਕੀ ਹੈ? ਆਰਮਡ ਫੋਰਸ ਸਪੈਸ਼ਲ ਫੋਰਸ ਐਕਟ 1958। ਠੀਕ ਹੈ ਜੀ, ਫੁੱਲ ਫਾਰਮ ਜ਼ਰੂਰ ਯਾਦ ਕਰ ਲਿਓ। ਰੀਸੈਂਟਲੀ ਹੂ ਹੈਜ਼ ਬੀਨ ਅਪਾਇੰਟਡ, ਜਿਹੜਾ ਪੰਜਾਬੀ 'ਚ ਲਿਖਣ ਵਾਲਾ ਹੋਊਗਾ ਜ਼ਰੂਰ ਲਿਖੂਗਾ, ਜਿਹੜਾ ਜਮਾਂ ਸੌਖਾ ਹੋਊਗਾ ਉਹ ਤੁਸੀਂ ਇੰਗਲਿਸ਼ 'ਚ ਦੇਖਿਓ। ਵਿੱਚ ਬੱਚੇ ਕਹਿੰਦੇ ਕਿ ਆਹ ਚੀਜ਼ ਪੰਜਾਬੀ 'ਚ ਲਿਖੋ, ਬੱਚੇ ਇਹ ਚੀਜ਼ ਪੰਜਾਬੀ 'ਚ ਨਹੀਂ ਲਿਖੀ ਜਾ ਸਕਦੀ। ਠੀਕ ਹੈ ਜੀ, ਇਹ ਚੀਜ਼ ਪੰਜਾਬੀ 'ਚ ਨਹੀਂ ਲਿਖੀ ਜਾ ਸਕਦੀ। ਰੀਸੈਂਟਲੀ ਹੂ ਹੈਜ਼ ਬੀਨ ਅਪਾਇੰਟਡ, ਕਹਿੰਦੇ ਨਵਾਂ LIC ਮਿਊਚੁਅਲ ਫੰਡ, ਯਾਦ ਰੱਖਣਾ LIC ਬੀਮੇ ਕਰਦੀ ਜਿਹੜੀ ਕੰਪਨੀ, ਮਿਊਚੁਅਲ ਫੰਡ ਦਾ ਨਵਾਂ MD ਦਾ ਮਤਲਬ ਹੁੰਦਾ ਗਾ ਮੈਨੇਜਿੰਗ ਡਾਇਰੈਕਟਰ। ਠੀਕ ਹੈ ਜੀ, ਜਾਂ ਮੈਨੇਜਿੰਗ ਡਾਇਰੈਕਟਰ ਵੀ ਲਿਖਿਆ ਆ ਸਕਦਾ MD ਦੀ ਥਾਂ 'ਤੇ, ਜਾਂ ਇਹਦਾ CEO ਚੀਫ ਐਗਜ਼ੀਕਿਊਟਿਵ ਆਫਿਸਰ। ਠੀਕ ਹੈ, ਇਹ ਦੋਨੇ ਰੈਂਕ ਇੱਕ ਬੰਦੇ ਨੂੰ ਦੇਤੇ ਇਹਨਾਂ ਨੇ। ਠੀਕ ਹੈ, ਕਿਹਨੂੰ ਦੇਤੇ ਉਹ? ਤਾਂ 4 ਆਪਸ਼ਨ ਤੁਹਾਡੇ ਸਾਹਮਣੇ ਆ, ਤਾਂ C ਨੰਬਰ ਆਪਸ਼ਨ ਨੂੰ ਦੇਤਾ ਪਈ ਨੇ। ਠੀਕ ਹੈ, TS ਰਾਮਾਕ੍ਰਿਸ਼ਨ। ਇਸ ਤੋਂ ਪਹਿਲਾਂ ਕਿਹੜੀ ਸੀ ਇਹਨਾਂ ਦੀ ਜਗ੍ਹਾ 'ਤੇ? ਇਹਨਾਂ ਦੀ ਜਗ੍ਹਾ 'ਤੇ ਹੈਗੀ ਸੀ ਦਿਨੇਸ਼। ਠੀਕ ਹੈ, ਦਿਨੇਸ਼ ਜੀ ਰਿਟਾਇਰ ਹੋ ਗਏ, ਹੁਣ ਹਰਿੰਦਰ ਇਹ ਆਪਣੇ ਆ ਗਏ TS। LIC ਦੀ ਸਥਾਪਨਾ ਕਦੋਂ ਹੋਈ ਸੀ? 1956 ਦੇ ਵਿੱਚ। ਹੈੱਡਕੁਆਟਰ ਕਿੱਥੇ ਆ? ਮੁੰਬਈ ਦੇ ਵਿੱਚ। ਚੇਅਰਮੈਨ ਕੌਣ ਹੈ ਇਹਦੇ? MR ਕੁਮਾਰ ਹੈਗੇ LIC ਦੇ। ਚੀਫ ਫਾਈਨੈਂਸ਼ੀਅਲ ਆਫਿਸਰ ਕਿਹਨੂੰ ਲਾਤਾ ਇਹਨਾਂ ਨੇ? ਸੁਨੀਲ ਅਗਰਵਾਲ ਨੂੰ। LIC ਦਾ ਜੇ ਪੁੱਛਣਾ ਤਾਂ ਕਿ ਚੀਫ ਫਾਈਨੈਂਸ਼ੀਅਲ ਆਫਿਸਰ ਕਿਹੜਾ ਗਾ? ਸੁਨੀਲ ਅਗਰਵਾਲ। ਰੀਸੈਂਟਲੀ ਹੂ ਹੈਜ਼ ਲਾਂਚਡ ਛਤਰੀ ਮਨੋਰਕਸ਼ਾ ਪ੍ਰੋਜੈਕਟ। ਠੀਕ ਹੈ ਜੀ, ਟੂ ਇੰਪਰੂਵ ਮੈਂਟਲ ਹੈਲਥ ਇਨ ਵੂਮਨ ਇੰਡੀਆ। ਇਹਦਾ ਮਤਲਬ ਹੈਗਾ ਕਿ ਬੱਚਿਓ ਇਸਤਰੀ ਮਨੋਰੱਖਿਆ ਪ੍ਰੋਜੈਕਟ, ਆਹੀ ਲਿਖਿਆ ਹੋਊਗਾ। ਪ੍ਰੋਜੈਕਟ
ਕਹਿੰਦਾ ਜਿਹੜਾ ਇਹ ਚਲਾਇਆ ਗਿਆ ਗਾ ਇਹਦਾ ਉਦਘਾਟਨ ਕਿਹਨੇ ਕੀਤਾ ਗਾ। ਇਹ ਜਿਹੜੀਆਂ ਔਰਤਾਂ ਹੈਗੀਆਂ ਵੂਮੈਨ ਆ ਉਹਨਾਂ ਦੀ ਮੈਂਟਲ ਐਬਿਲਿਟੀ ਨੂੰ ਮਜ਼ਬੂਤ ਕਰਨ ਵਾਸਤੇ, ਕਿਉਂਕਿ ਵਿੱਚ ਸਟੇਟਾਂ ਜਾਂ ਰਾਜ ਇਹੋ ਜਿਹੇ ਪਏ ਜਿੱਥੇ ਔਰਤਾਂ ਨਾਲ ਬਹੁਤ ਧੱਕਾ ਕੀਤਾ ਜਾਂਦਾ, ਕੁੱਟਿਆ ਮਾਰਿਆ ਜਾਂਦਾ, ਉਹਨਾਂ ਨੂੰ ਬਹੁਤ ਦਬਾ ਕੇ ਰੱਖਿਆ ਜਾਂਦਾ, ਉਹ ਚੀਜ਼ ਨੂੰ ਇੰਪਰੂਵ ਕਰਨ ਵਾਸਤੇ ਇਹ ਜਿਹੜੀ ਆਪਣੀ ਹੈਲਥ ਹੈਗੀ ਵੂਮੈਨ ਆਫ ਇੰਡੀਆ ਹੈਗੀ ਆ, ਠੀਕ ਹੈ, ਉਹਨਾਂ ਨੇ ਇਹ ਪ੍ਰੋਗਰਾਮ ਚਲਾਇਆ ਗਾ। ਠੀਕ ਹੈ ਜੀ। ਇਹ ਕਿਹਨੇ ਚਲਾਇਆ? ਇਹ ਚਲਾਇਆ ਆਪਣੇ B ਨੰਬਰ ਆਪਸ਼ਨ ਸਿਮਰਤੀ ਇਰਾਨੀ। ਰੀਸੈਂਟਲੀ ਵਿਚ ਕੰਪਨੀ ਲਾਂਚ ਇਹ ਮੋਬਾਈਲ ਕਾਰ ਸ਼ੋਅਰੂਮ ਅਨੁਭਵ ਟੂ ਰੀਚ ਰੂਰਲ ਕਸਟਮਰ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ, ਠੀਕ ਹੈ, ਇੱਕ ਕੰਪਨੀ ਹੈ ਜਿਹਨੇ ਪਿੰਡ ਨਹੀਂ ਹੁੰਦੇ, ਆਪਣੇ ਪਿੰਡ ਹੁੰਦੇ ਜਿੱਥੇ ਕੋਈ ਬੜਾ ਪਛੜਾ ਇਲਾਕਾ ਹੁੰਦਾ ਵਿੱਚ, ਉੱਥੇ ਮੋਬਾਈਲ ਪਹੁੰਚਾਉਣ ਵਾਸਤੇ ਇੱਕ ਇਹਨਾਂ ਨੇ ਵੈਨ ਜੀ ਚਲਾਈ ਹੈ। ਉਹ ਪ੍ਰੋਗਰਾਮ ਚਲਾਇਆ, ਪ੍ਰੋਗਰਾਮ ਵੀ ਲਾ ਲਓ ਜਾਂ ਇੱਕ ਵੈਨ ਚਲਾਈ ਹੈ, ਜਾਂ ਉਹ ਜਿਹੜੀ ਵੈਨ ਜੀ ਚਲਾਈ ਹੈ ਉਹਦੇ ਪ੍ਰੋਗਰਾਮ ਨੂੰ ਕੀ ਕਹਿੰਦੇ ਨਾ, ਅਨੁਭਵ। ਤਾਂ ਇਹ ਕਿਹੜੀ ਕੰਪਨੀ ਨੇ ਚਲਾਈ ਹੈ ਕਹਿੰਦੇ ਸੇਵਾ, ਠੀਕ ਹੈ, ਪਿੰਡਾਂ ਵਾਲੇ ਕਸਟਮਰਾਂ ਵਾਸਤੇ। ਤਾਂ ਇਹ ਚਲਾਈ ਹੈ ਆਪਣੀ A ਨੰਬਰ ਆਪਸ਼ਨ ਨੇ, ਟਾਟਾ ਮੋਟਰਸ। ਰੀਸੈਂਟਲੀ ਜੈ ਪ੍ਰਕਾਸ਼ ਚੌਕਸੇ ਪਾਸੜ ਆਵੇ, ਪਾਸੜ ਕਿਤੇ ਵੀ ਤੁਹਾਨੂੰ ਪਾਸੜ ਆਵੇ ਆ ਗਿਆ ਨਾ ਮਤਲਬ ਕੋਈ ਬੰਦਾ ਮਰ ਗਿਆ, ਠੀਕ ਹੈ। ਡੂਏ ਟੂ ਕਾਰਡਿਕ ਅਰੈਸਟ, ਹਾਰਟ ਅਟੈਕ ਹੋਣ ਨਾਲ ਕਾਰਡਿਕ ਦੀ ਕਿਤੇ ਵੀ ਗੱਲ ਆ ਜੇ ਦਿਲ ਨਾਲ ਸੰਬੰਧਿਤ ਹੁੰਦਾ। ਕਹਿੰਦੇ ਇਹ ਕਿਹੜੇ ਮਤਲਬ ਖਿੱਤੇ ਨਾਲ ਸੰਬੰਧਿਤ ਸਨ? ਤਾਂ ਇਹ ਸੰਬੰਧਿਤ ਸਨ ਬੱਚਿਓ ਫਿਲਮ ਕ੍ਰਿਟਿਕ ਐਂਡ ਰਾਈਟਰ। ਇਹ ਜਿਹੜੀ ਇੱਕ ਫਿਲਮ ਆਈ ਸੀ ਸਾਜਨ ਫਿਲਮ ਸੀ, ਉਹਦੇ ਵਿੱਚ ਵੀ ਇਹਨਾਂ ਨੇ ਆਰੇ ਡਾਇਲੋਗ ਦਿੱਤੇ ਆ, ਬਹੁਤ ਸਾਰੀਆਂ ਫਿਲਮਾਂ ਸਕ੍ਰਿਪਟ ਵੀ ਲਿਖੀ ਇਹਨਾਂ ਨੇ। ਰੀਸੈਂਟਲੀ ਵੇਅਰ ਡੈਡ 19ਵਾਂ ਐਡੀਸ਼ਨ ਹੋਇਆ ਜਿਹੜਾ ਇੰਡੀਆ ਅਤੇ USA ਅਮਰੀਕਾ ਦੀ ਆਰਮੀ ਦਾ, ਠੀਕ ਹੈ ਜੀ, ਕਾਰਪੋਰੇਸ਼ਨ ਗਰੁੱਪ ਮੀਟਿੰਗ ਜਿਹੜੀ ਹੋਈ ਇਹਨਾਂ ਦੀ। ਭਾਰਤ ਅਤੇ ਅਮਰੀਕਾ ਦੀ ਆਰਮੀ ਦਾ ਜਿਹੜਾ 19ਵਾਂ ਐਡੀਸ਼ਨ ਹੋਇਆ ਹੈਗਾ, ਠੀਕ ਹੈ ਜੀ, ਆਹ ਲਿਖਿਆ ਹੋਇਆ ਸਾਰਾ ਕੁਝ 19ਵਾਂ ਐਡੀਸ਼ਨ ਹੋਇਆ। ਇਹ ਕਿਹੜੀ ਜਗ੍ਹਾ ਦੇ ਵਿੱਚ ਹੋਇਆ ਹੈਗਾ? ਤਾਂ ਇਹ ਹੋਇਆ ਬੱਚਿਓ ਆਪਣਾ ਆਗਰਾ ਵਿਖੇ। ਆਗਰੇ ਨੂੰ ਕਿਹਨੇ ਵਸਾਇਆ ਸੀ? ਸਿਕੰਦਰ ਲੋਧੀ ਨੇ। ਅਤੇ ਲੁਧਿਆਣਾ ਜ਼ਿਲ੍ਹੇ ਨੂੰ ਵੀ ਕਿਹਨੇ ਵਸਾਇਆ ਸੀ ਆਪਣੇ ਨੂੰ? ਸਿਕੰਦਰ ਲੋਧੀ ਨੇ। ਇਹ ਲੋਧੀ ਵੰਸ਼ ਦਾ ਦੂਜਾ ਬੰਦਾ ਸੀ, ਠੀਕ ਹੈ, ਪਹਿਲਾ ਹੈਗਾ ਸੀ ਬਹਿਲੋਲ ਲੋਧੀ, ਦੂਜਾ ਸਿਕੰਦਰ ਲੋਧੀ, ਤੀਜਾ ਲਾਸਟ ਸੀ ਇਬਰਾਹਿਮ ਲੋਧੀ। ਰੀਸੈਂਟਲੀ ਹੂ ਹੈਜ਼ ਬੀਨ ਅਪੋਇੰਟਡ ਐਜ਼ ਬ੍ਰਾਂਡ ਅੰਬੈਸਡਰ ਆਫ ਦਾ ਭਾਰਤੀ ਐਕਸਾ ਲਾਈਫ ਇੰਸ਼ੋਰੈਂਸ। ਵੈਰੀ ਇੰਪੋਰਟੈਂਟ ਹੈ। ਕਹਿੰਦੇ ਇਹਦਾ ਬ੍ਰਾਂਡ ਅੰਬੈਸਡਰ ਕਿਹਨੂੰ ਲਾਤਾ? ਠੀਕ ਹੈ, ਭਾਰਤੀ ਐਕਸਾ ਲਾਈਫ ਇੰਸ਼ੋਰੈਂਸ। ਇਹਦੀ ਤੁਸੀਂ ਦੇਖਦੇ ਹੋਗੇ TV ਦੇ ਵਿੱਚ ਮਸ਼ਹੂਰੀਆਂ ਜੇ ਵੀ ਬਹੁਤ ਆਉਂਦੀਆਂ ਗਈਆਂ। ਇਹ ਲਾਇਆ ਆਪਣੀ ਵਿੱਦਿਆ ਬਾਲਨ ਨੂੰ। ਰੀਸੈਂਟਲੀ ਵਿੱਚ ਮਿਨਿਸਟਰੀ ਹੈਜ਼ ਅਨਵੀਲਡ ਸਪੈਸ਼ਲ ਲੋਗੋ ਟੂ ਮਾਰਕ 75 ਈਅਰ ਇਨ ਇੰਡੀਆ ਨੀਦਰਲੈਂਡ ਡਿਪਲੋਮੈਟਿਕ ਰਿਲੇਸ਼ਨ। ਡਿਪਲੋਮੈਟਿਕ ਰਿਲੇਸ਼ਨਾਂ ਨੂੰ ਕੀ ਕਿਹਾ ਜਾਂਦਾ ਗਾ? ਰਾਜਨੀਤਿਕ ਰਿਲੇਸ਼ਨ, ਠੀਕ ਹੈ। ਕਹਿੰਦੇ ਭਾਰਤ ਅਤੇ ਨੀਦਰਲੈਂਡ ਦੇ ਲੋਕਾਂ ਨੂੰ ਕੀ ਕਿਹਾ ਜਾਂਦਾ? ਡੱਚ ਕਿਹਾ ਜਾਂਦਾ। ਨੀਦਰਲੈਂਡ ਦੇ ਲੋਕਾਂ ਨੂੰ ਕਈ ਵਾਰ ਪ੍ਰਸ਼ਨ ਪੁੱਛਿਆ ਜਾਵੇ ਸਟੈਟਿਕ GK ਦੇ ਵਿੱਚ ਕਿ ਨੀਦਰਲੈਂਡ ਦੇ ਲੋਕਾਂ ਨੂੰ ਕੀ ਕਿਹਾ ਜਾਂਦਾ? ਡੱਚ ਕਿਹਾ ਜਾਂਦਾ ਗਾ, ਠੀਕ ਹੈ। ਇੱਥੇ ਇੱਕ ਹੇਗ ਨਾਂ ਦਾ ਵੀ ਜਿੱਥੇ ਆਪਣਾ ਹੈੱਡਕੁਆਟਰ ਵੀ ਹੈਗਾ ਹੇਗ ਦੇ ਵਿੱਚ। ਅਤੇ ਕਹਿੰਦੇ ਭਾਰਤ ਅਤੇ ਨੀਦਰਲੈਂਡ ਦੇ ਜਿਹੜੇ ਆਪਣੇ ਸੰਬੰਧ ਆ, ਰਿਲੇਸ਼ਨ ਆ, ਰਾਜਨੀਤਿਕ ਸੰਬੰਧ ਆ, ਉਹਨਾਂ ਨੂੰ ਆਪਣੇ ਕਿੰਨੇ ਸਾਲ ਪੂਰੇ ਹੋ ਗਏ? 75 ਸਾਲ ਪੂਰੇ ਹੋ ਗਏ। 75 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਆਪਾਂ ਇੱਕ ਲੋਗੋ ਮਤਲਬ ਬਣਾਇਆ ਗਾ। ਅਤੇ ਉਹ ਲੋਗੋ ਕਹਿੰਦੇ ਕਿਹੜੀ ਮਿਨਿਸਟਰੀ ਨੇ ਬਣਾਇਆ ਗਾ? ਤਾਂ ਉਹ ਬਣਾਇਆ ਬੱਚਿਓ ਐਕਸਟਰਨਲ ਅਫੇਅਰ, ਠੀਕ ਹੈ ਜੀ। ਇਹਦੇ ਵਿੱਚ ਇੱਕ ਉਹਨਾਂ ਦਾ ਫੁੱਲ ਜਿਹਾ ਲਾਇਆ ਹੋਇਆ, ਇੱਕ ਆਪਣਾ ਲਾਇਆ ਹੋਇਆ। ਰੀਸੈਂਟਲੀ ਵਿੱਚ ਏਅਰਲਾਈਨ ਬੀਕੌਮ ਬਾਰਡੇ ਫਸਟ, ਜਿੱਥੇ ਬਾਰਡੇ ਦੀ ਕੋਈ ਫਸਟ ਆ ਗਈ, ਫਸਟ ਵਾਲੇ ਤਾਂ ਛੱਡਣੀ ਨਹੀਂ ਕੋਈ, ਠੀਕ ਹੈ। ਟੂ ਯੂਜ਼ ਸੋਲਰ ਐਵੀਏਸ਼ਨ ਫਿਊਲ। ਕਿਹੜਾ ਏਅਰਲਾਈਨ ਸੋਲਰ ਐਵੀਏਸ਼ਨ ਫਿਊਲ ਦੀ ਵਰਤੋਂ ਕਰਨ ਵਾਲਾ ਪਹਿਲਾ ਏਅਰਲਾਈਨ ਬਣ ਗਿਆ ਹੈ? ਸੋਲਰ, ਠੀਕ ਹੈ, ਸੋਲਰ ਐਵੀਏਸ਼ਨ ਫਿਊਲ ਯੂਜ਼ ਕਰਦਾ ਗਾ, ਸੋਲਰ ਦੀ ਸ਼ਕਤੀ ਤੋਂ ਬਣਿਆ ਹੋਇਆ। ਤਾਂ ਕਿਹੜਾ ਏਅਰਲਾਈਨ ਬਣਿਆ ਪਹਿਲਾਂ ਜਿਹਨੇ ਇਹ ਚੀਜ਼ ਯੂਜ਼ ਕੀਤੀ ਹੈ? ਤਾਂ ਇਹ ਬਣਿਆ ਭਾਈ ਆਪਣਾ ਸਵਿਸ ਇੰਟਰਨੈਸ਼ਨਲ ਏਅਰਲਾਈਨਸ, ਠੀਕ ਹੈ। ਰੀਸੈਂਟਲੀ ਵਿੱਚ ਕੰਟਰੀ ਹੈਜ਼ ਇੰਡੀਆ ਸਾਈਨ। ਕਹਿੰਦੇ ਇੰਡੀਆ ਦੀ ਕਿਹੜੀ ਕੰਟਰੀ ਹੈ ਜਿਹਨੇ MOU ਦਾ ਸਾਈਨ? MOU ਦਾ ਮਤਲਬ ਹੁੰਦਾ ਬੱਚੋ ਸਮਝੌਤਾ ਕਰਨਾ। ਸਮਝੌਤਾ ਕੀਤਾ ਇੰਡੀਆ ਨੇ ਕਿਹੜੀ ਸਟੇਟ ਦੇ ਨਾਲ ਕਿ ਤੁਹਾਨੂੰ ਭਾਈ ਯੂਰੀਆ ਵੀ ਅਸੀਂ ਦੇਵਾਂਗੇ ਅਤੇ ਤੁਹਾਨੂੰ DAP ਵੀ ਅਸੀਂ ਦੇਵਾਂਗੇ, ਠੀਕ ਹੈ ਜੀ। ਤਾਂ ਇਹ ਕਿਹਾ ਆਪਾਂ ਨੇਪਾਲ ਨੂੰ ਕਿਹਾ ਭਾਈ ਤੁਹਾਨੂੰ ਦੇਵਾਂਗੇ ਸਾਰਾ ਕੁਛ ਅਸੀਂ। ਰੀਸੈਂਟਲੀ ਵਿੱਚ IIT ਇੰਸਟੀਟਿਊਟ। ਕਿਹੜਾ? ਕਹਿੰਦੇ IIT ਇੰਸਟੀਟਿਊਟ ਹੈ ਜਿਹਨੇ ਡਿਵੈਲਪ ਕੀਤਾ ਐਨ ਅਲਟਰਨੇਟਿਵ ਟੂ ਕੈਮੀਕਲ ਇਨਸੈਕਟੀਸਾਈਡ ਬਾਇਓਡੀਗ੍ਰੇਡੇਬਲ ਨੈਨੋ ਪਾਰਟੀਕਲ, ਠੀਕ ਹੈ ਬੱਚਿਓ। ਇਹ ਕਹਿੰਦੇ ਇੱਕ ਇਹਨਾਂ ਨੇ ਕੈਮੀਕਲ ਇਨਸੈਕਟੀਸਾਈਡ ਬਣਾਇਆ ਗਾ, ਠੀਕ ਹੈ, ਜਿਹਦਾ ਮਤਲਬ ਹੈਗਾ ਬਾਇਓਡੀਗ੍ਰੇਡੇਬਲ ਨੈਨੋ ਪਾਰਟੀਕਲ। ਕਹਿਣ ਦਾ ਮਤਲਬ ਕਿ ਜੇ ਕੋਈ ਬੰਦਾ ਸਪਰੇਅ ਕਰਦਾ ਗਾ ਤਾਂ ਉਹਨੂੰ ਇਹ ਚੀਜ਼ ਦਾ ਕੋਈ ਇਫੈਕਟ ਨਹੀਂ ਪੈਣਾ। ਜਿਵੇਂ ਹੁਣ ਆਪਾਂ ਕਈ ਵਾਰੀ ਸਪਰੇਹਾਂ ਕਰਦੇ ਹਾਂ ਖੇਤਾਂ ਦੇ ਵਿੱਚ, ਤਾਂ ਆਪਣੇ 'ਤੇ ਵੀ ਉਹ ਚੀਜ਼ ਦਾ ਗਲਤ ਇਫੈਕਟ ਪੈ ਜਾਂਦਾ। ਪਰ ਜਿਹੜੀ ਇਹਨਾਂ ਨੇ ਇਹ ਕੈਮੀਕਲ ਇਨਸੈਕਟੀਸਾਈਡ ਨਵੀਂ ਬਣਾਈ ਹੈ ਕਿਹੜੀ? ਬਾਇਓਡੀਗ੍ਰੇਡੇਬਲ ਨੈਨੋ ਪਾਰਟੀਕਲ। ਇਹਦੇ ਤਹਿਤ ਮਤਲਬ ਜੇ ਤੁਸੀਂ ਕੋਈ ਸਪਰੇਅ ਕਰ ਦਿਓ ਤੁਹਾਨੂੰ ਉਹਦਾ 1% ਵੀ ਨੁਕਸਾਨ ਨਹੀਂ ਹੈਗਾ। ਤਾਂ ਇਹ ਕਿਹੜੀ IT ਨੇ ਬਣਾਈ ਹੈ ਭਾਈ? ਇਹ ਬਣਾਈ ਹੈ IIT ਕੀ ਕਾਨਪੁਰ ਨੇ, ਠੀਕ ਹੈ ਬੱਚਿਓ। ਇਨ ਵਿਚ ਸਟੇਟ, ਠੀਕ ਹੈ ਜੀ,
ਹੋਲੋਂਗੀ ਡਿਸਟ੍ਰਿਕਟ ਗ੍ਰੀਨ ਫੀਲਡ ਏਅਰਪੋਰਟ ਵਿਲ ਵੀ ਕੰਸਟਰਕਟਡ ਸੂਨ। ਕਹਿੰਦੇ ਹੁਣੇ ਹੁਣੇ ਹੀ ਇੱਕ ਗ੍ਰੀਨ ਫੀਲਡ ਏਅਰਪੋਰਟ ਬਣਾਇਆ ਜਾ ਰਿਹਾ ਹੈਗਾ। ਇਹ ਕਿਹੜੀ ਸਟੇਟ ਦੇ ਵਿੱਚ ਬਣਾਇਆ ਜਾ ਰਿਹਾ ਹੈ? ਇਹ ਬਣਾਇਆ ਜਾ ਰਿਹਾ ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਰੀਸੈਂਟਲੀ ਫੋਰਮ ਵਿੱਚ ਸਟੇਟ ਦਾ ਸ਼ੋਕੇਸ ਆਫ ਮਰੀਨ ਫਿਸ਼ਰੀ ਸਾਗਰ ਪਰਿਕਰਮਾ ਹੈਜ਼ ਬੀਨ ਸਟਾਰਟਡ। ਸਾਗਰ ਪਰਿਕਰਮਾ ਮੱਛੀ ਪਾਲਣ ਦਾ ਪ੍ਰਦਰਸ਼ਨ ਕਿਸ ਰਾਜ ਨੇ ਕੀਤਾ ਹੈ? ਕਿਹਨੇ ਕੀਤਾ ਭਾਈ? ਏ ਨੰਬਰ ਆਪਸ਼ਨ ਗੁਜਰਾਤ ਨੇ। ਬਸ ਆਹੀ ਯਾਦ ਕਰ ਲਓ, ਸਾਗਰ ਪਰਿਕਰਮਾ ਜਿੱਥੇ ਵੀ ਕਿਤੇ ਮਿਲਿਆ ਗਿਆ ਤੁਸੀਂ ਗੁਜਰਾਤ ਆਨਸਰ ਲਾਇਓ। ਰੀਸੈਂਟਲੀ ਵਿਦ ਵਿੱਚ IIT ਇੰਸਟੀਟਿਊਟ ਨੈਸ਼ਨਲ ਇੰਸਟੀਟਿਊਟ ਆਫ ਓਸ਼ੀਅਨ ਟੈਕਨੋਲੋਜੀ ਕੰਡਕਟਡ ਓਸ਼ੀਅਨ 2022 ਕਾਨਫਰੰਸ ਐਂਡ ਐਕਸਪੋਜੀਸ਼ਨ। ਕਹਿੰਦੇ ਇਸ ਦੀ ਪ੍ਰਦਰਸ਼ਨੀ ਕਿਸ IIT ਨੇ ਕੀਤੀ ਹੈ? ਕਿਹਦੀ ਪ੍ਰਦਰਸ਼ਨੀ? ਇੱਥੋਂ ਲੱਗ ਜੋ, ਨੈਸ਼ਨਲ ਇੰਸਟੀਟਿਊਟ ਆਫ ਓਸ਼ੀਅਨ ਟੈਕਨੋਲੋਜੀ, ਠੀਕ ਹੈ ਜੀ, ਕੰਡਕਟਡ ਜਿਹੜੀ ਕੀਤੀ ਹੈ ਓਸ਼ਨ 2022 ਕਾਨਫਰੰਸ ਐਂਡ ਐਕਸਪਲੋਰੇਸ਼ਨ, ਠੀਕ ਹੈ ਜੀ। ਇਹਦੀ ਪ੍ਰਦਰਸ਼ਨੀ ਕਿਹੜੀ IIT ਨੇ ਕੀਤੀ ਹੈ? ਪਰ ਤੁਸੀਂ ਆਹੀ ਯਾਦ ਕਰ ਲਿਓ, ਓਸ਼ਨ 2022 ਕਾਨਫਰੰਸ ਐਂਡ ਐਕਸਪਲੋਰੇਸ਼ਨ ਦੀ ਪ੍ਰਦਰਸ਼ਨੀ ਕਿਹੜੇ ਇੰਸਟੀਟਿਊਟ ਨੇ ਕੀਤੀ ਹੈ? ਸਾਰੇ ਨੇ ਮਤਲਬ ਆਹ ਚੀਜ਼ ਦਾ ਆਂਸਰ ਹੀ ਦੇਣਾ ਆਪਾਂ, ਠੀਕ ਹੈ। ਇਹ ਚੀਜ਼ ਯਾਦ ਕਰਿਓ ਨਹੀਂ ਤਾਂ ਇਹ ਭਾਈ ਕਰੀਏ ਆਪਣੀ IIT ਮਦਰਾਸ ਨੇ, ਠੀਕ ਹੈ ਜੀ। ਰੀਸੈਂਟਲੀ ਵਿੱਚ ਸਟੇਟ ਗਵਰਨਮੈਂਟ ਹੈਜ਼ ਅਨਾਊਂਸ ਕੈਮਲ ਪ੍ਰੋਟੈਕਸ਼ਨ। ਕੈਮਲ ਕੀ ਹੁੰਦੇ ਆ? ਉੱਠ ਹੁੰਦੇ ਆ ਬੱਚਿਓ। ਉੱਠਾਂ ਦੀ ਪ੍ਰੋਟੈਕਸ਼ਨ ਵਾਸਤੇ ਅਤੇ ਉਹਨਾਂ ਨੂੰ ਹੋਰ ਡਿਵੈਲਪ ਕਿਵੇਂ ਕਰਨਾ, ਉਹਦੀ ਪਾਲਿਸੀ ਜਿਹੜੀ ਕਰੀ ਗਈ ਹੈ, ਉਹਦੀ ਪਾਲਿਸੀ ਬਾਰੇ ਕਿ ਬਜਟ ਪਾਸ ਕੀਤਾ ਗਿਆ 2022 ਤੇ 23 ਬਜਟ। ਇਹ ਕਿਹੜੀ ਸਟੇਟ ਨੇ ਕੀਤਾ ਗਾ? ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਬੱਚਿਓ ਕਿ ਉੱਠ ਸਭ ਤੋਂ ਜ਼ਿਆਦਾ ਕਿੱਥੇ ਹੁੰਦੇ ਆ? ਰਾਜਸਥਾਨ ਦੇ ਵਿੱਚ। ਜਿਹੜਾ D ਨੰਬਰ ਆਪਸ਼ਨ ਆਨਸਰ ਆ ਗਿਆ। ਵਾਰਡ ਓਬਸਿਟੀ ਡੇ ਕਿਸ ਦਿਨ ਮਨਾਇਆ ਜਾਂਦਾ ਗਾ? ਇਹਨੂੰ ਕਿਹਾ ਜਾਂਦਾ ਗਾ ਵਾਰਡ ਮੋਟਾਪਾ ਦਿਵਸ। ਮੋਟਾਪਾ ਦਿਵਸ, ਮੋਟਾਪਾ ਦਿਵਸ ਕਿਸ ਦਿਨ ਮਨਾਇਆ ਜਾਂਦਾ? ਇਹਦੇ ਬਾਰੇ ਦੱਸਿਆ ਜਾਂਦਾ ਗਾ ਕਿ ਭਾਈ ਆਪਾਂ ਨੂੰ ਘੱਟ ਤੋਂ ਘੱਟ ਫਾਸਟ ਫੂਡ ਚੀਜ਼ ਦੀ ਵਰਤੋਂ ਕਰਨੀ ਚਾਹੀਦੀ ਹੈ ਖਾਣੇ ਦੀ, ਨਹੀਂ ਆਪਣਾ ਮੋਟਾਪੇ ਨਾਲ ਕਿੰਨੀਆਂ ਬਿਮਾਰੀਆਂ ਹੁੰਦੀਆਂ ਉਹਦੇ ਸਾਈਡ ਇਫੈਕਟ ਸਾਰਾ ਕੁਝ ਦੱਸਿਆ ਜਾਂਦਾ ਇਸ ਦਿਨ, ਠੀਕ ਹੈ ਜੀ। ਤਾਂ ਇਹ ਮੋਟਾਪਾ ਦਿਵਸ ਜਿਹਨੂੰ ਆਪਾਂ ਕਹਿੰਦੇ ਹਾਂ ਓਬਸਿਟੀ ਡੇ ਕਿਸ ਦਿਨ ਮਨਾਇਆ ਜਾਂਦਾ? ਇਹ ਮਨਾਇਆ ਜਾਂਦਾ ਆਪਣਾ 4 ਮਾਰਚ ਨੂੰ ਮਨਾਇਆ ਜਾਂਦਾ। ਅਤੇ ਥੀਮ ਕੀ ਇਹਦਾ? ਐਵਰੀਬੋਡੀ ਨੀਡ ਟੂ ਐਕਟ। ਰੀਸੈਂਟਲੀ ਸ਼ੈਨ ਬੋਰਨ, ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ, ਸ਼ੇਨ ਬੋਰਨ, ਅਤੇ ਜਿਹਦੀ ਡੈਥ ਹੋਈ ਆ ਹੁਣੇ ਕਰੈਕਟਰ ਸੀ ਇਹ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਜਿਹੜੇ ਬੱਚੇ ਕਰੈਕਟਰ ਦੇਖ ਰਹੇ ਉਹਨਾਂ ਦਾ ਪਤਾ ਹੋਊ ਇਹਨਾਂ ਬਾਰੇ ਚੰਗੀ ਤਰ੍ਹਾਂ। ਰੀਸੈਂਟਲੀ ਹੀਰੋ ਮੋਟਰਕੋਪ, ਜਿਹੜੀ ਹੀਰੋ ਮੋਟਰਕੋਪ ਆ ਕੰਪਨੀ ਹੈ, ਉਹਨਾਂ ਨੇ ਇੱਕ ਨਿਊ ਬ੍ਰਾਂਡ ਦੀ ਇੱਕ ਇਲੈਕਟ੍ਰੋਨਿਕ ਵਹੀਕਲ, ਜਿਵੇਂ ਹੁਣ ਤੁਸੀਂ ਦੇਖਿਆ ਨਾ ਕਿ ਬਿਜਲੀ ਚੱਲਣ ਬੈਟਰੀ 'ਤੇ ਚੱਲਣ ਵਾਲੀਆਂ ਕਾਰਾਂ ਜਾਂ ਲਈ ਫਿਰਦੇ, ਸਕੂਟਰ ਨੇ ਲਈ ਫਿਰਦੇ ਆ, ਠੀਕ ਹੈ। ਉਹ ਜਿਹੜਾ ਨਵਾਂ ਬ੍ਰਾਂਡ ਸ਼ੁਰੂ ਕੀਤਾ ਇਹਨਾਂ ਨੇ ਕੀਤਾ ਹੀਰੋ ਮੋਟਰਕੋਪ ਵਾਲਿਆਂ ਨੇ, ਉਹ ਨਵੇਂ ਬ੍ਰਾਂਡ ਦਾ ਨਾਮ ਕੀ ਹੈ? ਕਹਿੰਦੇ ਉਹਦਾ ਨਵੇਂ ਬ੍ਰਾਂਡ ਦਾ ਨਾਮ ਹੈਗਾ ਵੀਡਾ, ਠੀਕ ਹੈ ਜੀ। ਰੀਸੈਂਟਲੀ ਇਨ ਵਿਚ ਕੰਟਰੀ ICC ਵੂਮੈਨ ਇਜ ਕ੍ਰਿਕਟ ਵਰਲਡ ਕੱਪ 2022 ਹੈ ਸਟਾਰਟਡ। ਕਹਿੰਦੇ ਜਿਹੜਾ IIC ਵੂਮੈਨ ਔਰਤਾਂ ਦਾ 2022 ਦਾ ਕ੍ਰਿਕਟ ਦਾ ਵਰਲਡ ਕੱਪ ਹੋਣਾ ਗਾ, ਇਹ ਕਿੱਥੋਂ ਸਟਾਰਟ ਕੀਤਾ ਜਾਊ? ਕਿਹੜੀ ਸਟੇਟ ਦੇ ਵਿੱਚ ਸਟਾਰਟ ਕੀਤਾ ਜਾਊਗਾ? ਸਭ ਤੋਂ ਪਹਿਲਾਂ ਸਟਾਰਟ ਕੀਤਾ ਜਾਊਗਾ ਭਾਈ ਸਾਹਿਬ ਇਹ ਨਿਊਜ਼ੀਲੈਂਡ ਤੋਂ। ਵੈਰੀ ਵੈਰੀ ਇੰਪੋਰਟੈਂਟ। ਰੀਸੈਂਟਲੀ ਇਨ ਵਿਚ ਸਟੇਟ ਐਂਡ ਡਿਊਟੀ ਫੈਸਟੀਵਲ, ਠੀਕ ਹੈ ਜੀ, ਹਿਰਥ ਨਾਈਟ ਆਫ ਹਾਰਾ ਸ਼ਿਵਾ ਹੈਜ਼ ਬੀਨ ਸਿਲੈਕਟਡ, ਠੀਕ ਹੈ। ਆਹ ਯਾਦ ਕਰ ਲਓ, ਹੀਰਥ ਦਾ ਨਾਈਟ ਆਫ ਹਾਰਾ, ਇਹ ਇੱਕ ਫੈਸਟੀਵਲ ਮਨਾਇਆ ਗਿਆ ਗਾ। ਇਹ ਫੈਸਟੀਵਲ ਕਿਹੜੀ ਸਟੇਟ 'ਚ ਮਨਾਇਆ ਗਿਆ ਬੱਚਿਓ? ਤਾਂ ਇਹ ਮਨਾਇਆ ਗਿਆ ਗਾ ਜੰਮੂ ਕਸ਼ਮੀਰ ਦੇ ਵਿੱਚ, ਠੀਕ ਹੈ ਜੀ। ਜਿਹੜੇ ਸੌਖੇ ਉਹ ਮੈਂ ਆਪ ਹੀ ਲਿਖ ਦਿੰਦਾ ਹੁੰਦਾ, ਉਹਦੀ ਪੰਜਾਬੀ ਲਿਖਣ ਦੀ ਲੋੜ ਨਹੀਂ ਪੈਂਦੀ, ਮਾੜੀ ਮੋਟੀ ਇੰਗਲਿਸ਼ ਵੱਲ ਧਿਆਨ ਦਿਓ, ਠੀਕ ਹੈ। ਰੀਸੈਂਟਲੀ ਹੂ ਹੈਜ਼ ਰਿਜ਼ਾਈਨ, ਕਹਿੰਦੇ ਹੁਣੇ ਹੀ ਰਿਜ਼ਾਈਨ ਦੇਤਾ, ਠੀਕ ਹੈ, ਐਜ਼ ਐਡੀਸ਼ਨਲ ਸੋਲੀਟਰ ਜਰਨਲ ਆਫ ਇੰਡੀਆ ਨੇ। ਤਾਂ ਉਹਦਾ ਨਾਮ ਕੀ ਹੈਗਾ? ਤਾਂ ਉਹਦਾ ਨਾਮ ਹੈਗਾ ਬੱਚਿਓ A ਨੰਬਰ ਆਪਸ਼ਨ ਅਮਨ ਲੇਖੀ। ਇਹਨਾਂ ਨੇ ਉਹ ਦੇਤਾ, ਅਸਤੀਫਾ ਦੇਤਾ। ਸੋਲੀਟਰ ਜਰਨਲ ਆਫ ਇੰਡੀਆ ਕੌਣ ਹੁੰਦਾ? ਸੈਕੰਡ ਲਾ ਆਫਿਸਰ ਹੁੰਦਾ ਆਪਣਾ, ਬਹੁਤ ਤਕੜੀ ਸੀਟ ਹੈ ਇਹ। ਅਤੇ ਫਸਟ ਲਾ ਆਫਿਸਰ ਕੌਣ ਹੁੰਦਾ ਆਪਣਾ? AGI ਹੁੰਦਾ ਅਟਾਰਨੀ ਜਨਰਲ ਆਫ ਇੰਡੀਆ, ਇਹ ਇਹਦਾ ਅਸਿਸਟੈਂਟ ਹੁੰਦਾ ਗਾ, ਠੀਕ ਹੈ। ਇਹ ਫਸਟ ਲਾ ਆਫਿਸਰ ਹੁੰਦਾ ਅਤੇ 76 ਆਰਟੀਕਲ ਦੇ ਵਿੱਚ ਆਉਂਦਾ ਗਾ। ਜੈਟ ਏਅਰਵੇਜ਼ ਹੈ ਜਿਹੜੀ ਜਹਾਜ਼ਾਂ ਦੀ ਕੰਪਨੀ ਹੈ ਇੱਕ, ਉਹਦਾ CEO ਕੌਣ ਲਾਤਾ? ਚੀਫ ਐਗਜ਼ੀਕਿਊਟਿਵ ਆਫਿਸਰ ਕੌਣ ਲਾਤਾ ਉਹਦਾ? ਤਾਂ ਉਹ ਲਾਤਾ ਭਾਈ ਆਪਣੇ A ਨੰਬਰ ਆਪਸ਼ਨ ਨੂੰ ਸੰਜੀਵ ਕਪੂਰ। ਰੀਸੈਂਟਲੀ ਇਨ ਵਿਚ ਸਿਟੀ ਇੰਡੀਆ ਇਜ਼ ਦਾ ਲਾਰਜੈਸਟ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ 4 ਵੀਲਰ ਹੈਜ਼ ਬੀਨ ਲਾਂਚਡ।
ਜਿਵੇਂ ਆਪਣੀਆਂ 4 ਟਾਇਰਾਂ ਵਾਲੀਆਂ ਕੋਈ ਚੀਜ਼ਾਂ ਹੈਗੀਆਂ, ਜਿਵੇਂ ਕਾਰ ਹੋ ਗਈ ਆਪਣੀ, ਮਰੂਤੀਆਂ ਕਾਰਾਂ, ਜੀਪਾਂ ਕਾਰਾਂ ਜਿਹੜੀਆਂ ਆਪਣੀਆਂ ਹੋ ਗਈਆਂ 4 ਟਾਇਰ, ਵੈਨ ਹੋ ਗਈ, ਠੀਕ ਹੈ ਜੀ। ਉਹਨਾਂ ਨੂੰ ਚਾਰਜ ਕਰਨ ਵਾਸਤੇ ਇੱਕ ਦੁਨੀਆ ਦਾ ਸਭ ਤੋਂ ਵੱਡਾ, ਇੰਡੀਆ ਦਾ ਸਭ ਤੋਂ ਵੱਡਾ ਇੱਕ ਚਾਰਜਿੰਗ ਸਟੇਸ਼ਨ ਲਾਤਾ ਕਿ ਉੱਥੇ ਤੁਸੀਂ ਗੱਡੀ ਚਾਰਜ ਕਰਵਾ ਸਕਦੇ ਹੋ ਆਪਦੀ ਜਾ ਕੇ, ਠੀਕ ਹੈ ਜੀ। ਤਾਂ ਇਹ ਕਿਹੜੀ ਸਟੇਟ 'ਚ ਲਗਾਇਆ ਗਿਆ ਹੈਗਾ? ਤਾਂ ਇਹ ਲਗਾਇਆ ਗਿਆ ਆਪਣਾ ਡੀ ਨੰਬਰ ਆਪਸ਼ਨ, ਗੁਰੂਗ੍ਰਾਮ, ਠੀਕ ਹੈ ਜੀ। ਚਲੋ ਅਗਲੇ 'ਤੇ। ਰੀਸੈਂਟਲੀ ਇਨ ਵਿਚ ਓਸ਼ਨ ਨੈਸ਼ਨਲ ਮਿਸ਼ਨ ਫਰੋਮ ਕਲੀਨ ਗੰਗਾ ਹੈਜ਼ ਬੀਨ ਫੈਲੀਕੇਟਡ ਵਿਦ ਦਾ ਸਪੈਸ਼ਲ ਜੂਰੀ ਅਵਾਰਡ। ਕਹਿੰਦੇ ਗੰਗਾ ਨਦੀ ਨੂੰ ਸਾਫ਼ ਕਰਨ ਦੇ ਮਾਮਲੇ ਵਿੱਚ ਇਹ ਅਵਾਰਡ ਆ ਜਿਹੜਾ, ਠੀਕ ਹੈ, ਸਪੈਸ਼ਲ ਜੂਰੀ ਅਵਾਰਡ ਜਿਹੜਾ ਦਿੱਤਾ ਗਿਆ ਹੈਗਾ, ਕਾਹਦੇ ਵਾਸਤੇ ਦਿੱਤਾ ਗਿਆ ਹੈਗਾ? ਇਹ ਨੈਸ਼ਨਲ ਮਿਸ਼ਨ ਫॉर ਕਲੀਨ ਗੰਗਾ ਵਾਸਤੇ ਦਿੱਤਾ ਗਿਆ ਹੈਗਾ। ਤਾਂ ਇਹ ਅਵਾਰਡ ਕਿਹਨੂੰ ਮਿਲਿਆ ਹੈਗਾ? ਤਾਂ ਇਹ ਅਵਾਰਡ ਮਿਲਿਆ ਫਿੱਕੀ ਵਾਟਰ ਅਵਾਰਡ ਨੂੰ। ਵੈਰੀ ਇੰਪੋਰਟੈਂਟ ਪ੍ਰਸ਼ਨ ਕਰਵਾ ਰਹੇ ਹਾਂ ਮੈਂ, ਠੀਕ ਹੈ। ਕੋਈ ਆਪਣੀ 3 ਘੰਟੇ ਦੀ ਵੀਡੀਓ ਨਹੀਂ, ਕੋਈ 2 ਘੰਟੇ ਦੀ ਵੀਡੀਓ ਨਹੀਂ, ਵੱਧ ਤੋਂ ਵੱਧ ਆਪਾਂ ਦਿਨ ਕਵਰ ਕਰਦੇ ਹਾਂ ਇਹਦੇ 'ਚ। ਰੀਸੈਂਟਲੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ FATF, ਇਹਦਾ ਤੁਸੀਂ ਸੁਣਿਆ ਹੋਊਗਾ ਕਈ ਵਾਰੀ ਸੌ ਪ੍ਰਸ਼ਨ, ਜਿਵੇਂ ਪਟਵਾਰੀ 'ਚ ਪੁੱਛਿਆ ਗਿਆ ਸੀ ਨਾਟੋ ਦਾ ਕੀ ਕੰਮ ਹੈ, ਨਾਟੋ ਦਾ ਸੰਬੰਧ ਫੌਜ ਨਾਲ ਹੈ। ਉਹ ਜਿਵੇਂ FTP ਦਾ ਸੰਬੰਧ ਕਰੇ ਨਾ, FTP ਇੱਕ ਕੰਪਨੀ ਹੈ ਬੱਚੋ, ਇੱਕ ਕੰਪਨੀ ਸੱਚ, ਇੱਕ ਇਹ ਮਹਿਕਮਾ ਗਾ, ਠੀਕ ਹੈ। ਇੱਕ ਮਿੰਟ, ਕਹਿੰਦੇ ਰੀਸੈਂਟਲੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਹੈ ਜਿਹੜੀ ਆਪਣੀ ਟਾਸਕ ਫੋਰਸ ਹੈ, ਠੀਕ ਹੈ, ਪਲੇਸਡ ਵਿੱਚ ਕੰਟਰੀ ਇਨ ਗ੍ਰੇ ਲਿਸਟ ਇਨ ਮਨੀ ਲਾਉਂਡਰਿੰਗ ਕਹਿਣ ਦਾ ਮਤਲਬ ਕਿ ਉਹ ਮਨੀ ਲਾਉਂਡਰਿੰਗ ਦੇ ਚੱਕਰ ਦੇ ਵਿੱਚ ਗ੍ਰੇ ਲਿਸਟ ਦੇ ਵਿੱਚ ਪਾਤਾ। ਕਿਹੜੇ ਦੇਸ਼ ਨੂੰ ਪਾਤਾ ਹੁਣ ਗ੍ਰੇ ਲਿਸਟ ਦੇ ਵਿੱਚ? ਇਹਨਾਂ ਦੇ ਵਿੱਚੋਂ ਸੋ ਸਾਰਾ ਸਮਝਾਉਣਾ ਹੈ ਮੈਂ। FATF ਨੇ ਗ੍ਰੇ ਲਿਸਟ ਦੇ ਵਿੱਚ ਕਿਹੜਾ ਦੇਸ਼ ਪਾਤਾ? ਤਾਂ ਬੱਚੋ ਇਹਨਾਂ ਨੇ ਪਾਤਾ ਗ੍ਰੇ ਲਿਸਟ ਦੇ ਵਿੱਚ UAE ਨੂੰ ਪਾਤਾ। ਕਿਉਂ ਪਾਤਾ? ਸਭ ਤੋਂ ਪਹਿਲਾਂ FATF ਨੇ ਕਿਹੜੇ ਦੇਸ਼ ਨੂੰ ਪਾਇਆ ਵਾ ਸੀ ਗ੍ਰੇ ਲਿਸਟ ਦੇ ਵਿੱਚ? ਪਾਕਿਸਤਾਨ ਨੂੰ ਪਾਇਆ ਵਾ ਸੀ। ਜਦੋਂ ਵੀ ਕੋਈ ਇਹਨਾਂ ਨੂੰ ਪਤਾ ਲੱਗਦਾ ਗਾ, ਜਦੋਂ ਵੀ ਇਹਨਾਂ ਨੂੰ ਪਤਾ ਲੱਗਦਾ FATF ਕੰਪਨੀ ਨੂੰ, ਜਾਂ ਇੱਕ ਕੰਪਨੀ ਨਹੀਂ ਕਹਿ ਸਕਦੇ, ਇੱਕ ਮਹਿਕਮਾ, ਜਿਨ੍ਹਾਂ ਕੋਲ ਰਿਪੋਰਟ ਆ ਜਾਂਦੀ ਕਿ ਫਲਾਨਾ ਦੇਸ਼ ਇੰਟਰਨੈਸ਼ਨਲ ਪੱਧਰ 'ਤੇ ਇਹ, ਕਿ ਫਲਾਨਾ ਦੇਸ਼ ਜਿਹੜਾ ਪੈਸਾ ਗਾ, ਪੈਸੇ ਦੀ ਵਰਤੋਂ ਅੱਤਵਾਦੀਆਂ ਨੂੰ, ਅੱਤਵਾਦ ਅਤੇ ਹੋਰ ਕਿਸੇ ਮਤਲਬ ਉਹ ਕੰਮ ਜਿਹੜੇ ਆਪਣੇ ਵਾਸਤੇ ਹਾਨੀਕਾਰਕ, ਅੱਤਵਾਦ ਵਾਸਤੇ ਪੈਸਾ ਦੇ ਰਿਹਾ, ਜਾਂ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਗੀਆਂ ਉਹਨਾਂ ਨੂੰ ਸਮਾਨ ਦੇਣ ਦੇ ਵਿੱਚ ਹੈਲਪ ਕਰ ਰਿਹਾ ਪੈਸੇ ਦੇ ਪ੍ਰਤੀ, ਤਾਂ ਉਹਦੇ ਜਦੋਂ ਦੇਸ਼ ਨੂੰ ਰਿਪੋਰਟ ਪੱਕ ਜਾਂਦੀ ਹੈ ਤਾਂ ਉਹ ਜਿਹੜੀ FATF ਸੰਸਥਾ ਹੈ ਉਹਨਾਂ 'ਤੇ ਕਾਰਵਾਈ ਕਰਦੀ ਹੈ, ਠੀਕ ਹੈ ਜੀ। ਅਤੇ ਜਦੋਂ ਕੋਈ ਦੇਸ਼ ਗ੍ਰੇ ਲਿਸਟ ਦੇ ਵਿੱਚ ਪੈ ਗਿਆ ਇੱਕ ਵਾਰੀ, ਤਾਂ ਮੁੜ ਕੇ ਉਹਨੂੰ ਦੂਸਰੇ ਦੇਸ਼ ਆ ਜਿਹੜੇ ਉਹ ਕਰਜ਼ਾ ਦੇਣਾ ਬੰਦ ਕਰ ਦਿੰਦੇ ਆ, ਠੀਕ ਹੈ ਜੀ। ਦੂਜੀਆਂ ਸਟੇਟਾਂ ਉਹਨਾਂ ਨੂੰ ਕਰਜ਼ਾ ਦੇਣਾ ਬੰਦ ਕਰ ਦੇਣਗੇ, ਭਾਈ ਇਹ ਪੈਸੇ ਦੀ ਵਰਤੋਂ ਅੱਤਵਾਦ ਵਾਸਤੇ ਕਰਦੇ ਆ। ਅਤੇ ਪਹਿਲਾਂ ਇਹ ਇਲਜ਼ਾਮ ਪਾਕਿਸਤਾਨ 'ਤੇ ਲੱਗਦਾ ਹੁੰਦਾ ਸੀ, ਅਤੇ ਐਤਕੀ ਇਹ ਲੱਗਿਆ UAE 'ਤੇ। ਹੁਣ ਦੋ ਆਪਸ਼ਨ ਹੀ ਆਉਣਗੀਆਂ। ਰੀਸੈਂਟਲੀ ਇੰਡੀਆ ਸਾਈਨ ਕੰਟਰੀ ਐਗਰੀਮੈਂਟ ਵਿਦ ਦਾ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ITU ਸੈਟਅਪ ਐਂਡ ਏਰੀਆ ਆਫ ਐਂਡ ਇਨੋਵੇਸ਼ਨ ਸੈਂਟਰ ਆਫ ITU ਵਿੱਚ ਸਿਟੀ। ਭਾਰਤ ਨੇ ਕਿਸੇ ਸ਼ਹਿਰ ਦੇ ਵਿੱਚ ITU ਕੇਂਦਰ ਸਥਾਪਿਤ ਕਰਨ ਦੇ ਲਈ ਅੰਤਰਰਾਸ਼ਟਰੀ ਦੂਰਸੰਚਾਰ ਸੰਘ ਨਾਲ ਇੱਕ ਐਗਰੀਮੈਂਟ ਕੀਤਾ ਹੈ, ਠੀਕ ਹੈ ਬੱਚਿਓ। ਇੰਡੀਆ ਨੇ ਸਾਈਨ ਕੀਤਾ ਇੱਕ ਹੋਸਟ ਕੰਟਰੀ ਐਗਰੀਮੈਂਟ, ਠੀਕ ਹੈ ਜੀ। ਕਹਿੰਦੇ ਠੀਕ ਹੈ ਜੀ। ਅਤੇ ਇਹ ਕੀ ਕਹਿ ਰਹੇ ਨੇ? ਕਹਿੰਦੇ ਹੋਸਟ ਕੰਟਰੀ ਐਗਰੀਮੈਂਟ ਕੀਤਾ ਗਿਆ ਹੈਗਾ, ਠੀਕ ਹੈ, ਵਿਦ ਦਾ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ITU ਨੇ, ਠੀਕ ਹੈ ਜੀ। ਉਹ ਕਾਹਦੇ ਵਾਸਤੇ ਕੀਤਾ ਗਾ ITU ਨਾਲ? ਕਿ ਅਸੀਂ ਇੱਕ ਆਫਿਸ ਲਾਉਣਾ ਗਾ, ਠੀਕ ਹੈ, ਇਨੋਵੇਸ਼ਨ ਸੈਂਟਰ ਟੈਲੀਕਮਿਊਨੀਕੇਸ਼ਨ ਨੂੰ ਲੈ ਕੇ। ਤਾਂ ਇਹ ਐਗਰੀਮੈਂਟ ਪਾਸ ਕੀਤਾ ਗਿਆ, ਤਾਂ ਇਹ ਜਿਹੜਾ ਲੱਗੂਗਾ, ਠੀਕ ਹੈ ਜੀ, ਭਾਰਤ ਦੇ ਕਿਸੇ ਸ਼ਹਿਰ ਦੇ ਵਿੱਚ ITU ਕੇਂਦਰ ਸਥਾਪਿਤ ਕੀਤਾ ਜਾਊਗਾ। ਤਾਂ ਇਹ ਸਥਾਪਿਤ ਕੀਤਾ ਜਾਊਗਾ ਬੱਚਿਓ ਆਪਣਾ B ਨੰਬਰ ਆਪਸ਼ਨ, ਦਿੱਲੀ ਦੇ ਵਿੱਚ। ਅਲਨ ਲੈਡ ਜੂਨੀਅਰ, ਠੀਕ ਹੈ, ਇਹ ਇਹਨਾਂ ਦੀ ਡੈਥ ਹੋ ਗਈ। ਇਹ ਕਿਹੜੀ ਚੀਜ਼ ਨਾਲ ਸੰਬੰਧਿਤ ਸਨ? ਤਾਂ ਇਹ ਸੰਬੰਧਿਤ ਸੀ ਬੱਚਿਓ, ਫਿਲਮ ਪ੍ਰੋਡਿਊਸਰ ਸੀ ਇਹ ਐਲਨ ਲੈਡ। ਜਦੋਂ ਵੀ ਕੋਈ ਪਾਸਵਰਡ ਅਵੇ ਹੁੰਦਾ ਤਾਂ ਇਹ ਵੀ ਤੁਸੀਂ ਯਾਦ ਰੱਖਣਾ, ਇਹ ਤੋਂ ਵੀ ਇੱਕ ਅੱਧਾ ਪ੍ਰਸ਼ਨ ਪੱਕਾ ਪਾਇਆ ਜਾਂਦਾ ਪੇਪਰ ਦੇ ਵਿੱਚ। ਕਹਿੰਦੇ ਰੀਸੈਂਟਲੀ BCCI, ਠੀਕ ਹੈ ਜੀ, ਬੋਰਡ ਕ੍ਰਿਕਟਰ, ਇਹ ਤੁਹਾਨੂੰ ਸਾਰਾ ਕੁਛ ਕਰਵਾ ਕੇ ਗਿਆ ਸੀ ਸੌਰਵ ਗੰਗੂਲੀ, ਇਹਦਾ ਮਤਲਬ ਉਹ ਚੇਅਰਪਰਸਨ ਹੈ। ਅਨਾਊਂਸ ਵਿੱਚ ਕੰਪਨੀ ਐਸ ਓਫੀਸ਼ੀਅਲ ਪਾਰਟਨਰ ਫਰੋਮ ਟਾਟਾ IPL 2022, ਜਿਹੜੇ ਟਾਟਾ EPL 2022 ਦਾ ਚੱਕਰ ਪਿਆ ਸੀ, ਠੀਕ ਹੈ। ਇਹਦੇ ਵਿੱਚ ਇਹਨਾਂ ਦੀ BCCI ਦੀ ਭਾਗੀਦਾਰੀ ਕੌਣ ਕਰ ਰਿਹਾ ਹੈਗਾ? ਪਹਿਲਾਂ ਇਹਨਾਂ ਦੀ ਓਪੋ ਵੀਵੋ ਨਾਲ ਚੱਲਦਾ ਹੁੰਦਾ ਸੀ ਕੰਮ, ਠੀਕ ਹੈ, ਇਹਨਾਂ ਨੂੰ ਲੈ ਕੇ ਚੱਲਦੇ ਹੁੰਦੇ ਸੀ ਨਾਲ ਇਹ। ਪਰ ਪਿਛਲੀ ਵਾਰ ਜਦੋਂ ਚਾਈਨਾ ਨਾਲ ਆਪਣੇ ਥੋੜ੍ਹੇ ਜਿਹੇ ਸੰਬੰਧ ਖਰਾਬ ਹੋ ਗਏ ਸੀ, ਅਤੇ ਆਪਣੇ ਮਤਲਬ ਜਵਾਨ ਵੀ ਮਾਰਤੇ ਸੀ ਬਾਰਡਰ 'ਤੇ ਚਾਈਨਾ ਵੱਲੋਂ, ਤਾਂ ਉਦੋਂ ਇਹਨਾਂ ਨੇ ਕਹਿਤਾ ਕਿ ਆਪਾਂ ਭਾਈ ਇਹਨਾਂ ਨਾਲ ਓਪੋ ਚਾਈਨਾ ਜਿਹੜੀਆਂ ਬਾਹਰਲੀਆਂ ਚਾਈਨਾ ਦੀਆਂ ਕੰਪਨੀਆਂ ਨਾਲ ਸਮਝੌਤਾ ਨਹੀਂ ਕਰਨਾ। ਤਾਂ ਐਤਕੀ ਇਹਨਾਂ ਨੇ ਭਾਗੀਦਾਰੀ ਕੀਤੀ ਹੈ ਬੱਚਿਓ, 2 ਦੇ ਆਪਸ਼ਨ ਆਉਂਦੇ, ਦੋਨਾਂ 'ਚੋਂ A ਆਪਸ਼ਨ ਨਾਲ ਰੁਪਏ ਨਾਲ ਇਹਨਾਂ ਨੇ ਭਾਗੀਦਾਰੀ ਕੀਤੀ ਹੈ। ਜਿਹੜੀ ਹੁਣ ਜਦੋਂ ਵੀ ਕੋਈ ਕ੍ਰਿਕਟ ਮੈਚ ਹੁੰਦਾ ਉਹ ਆਸੇ ਪਾਸੇ ਬੋਰਡ 'ਚ ਨਹੀਂ ਲਾਏ ਪਏ ਹੁੰਦੇ ਪ੍ਰਮੋਸ਼ਨ ਵਾਸਤੇ, ਤਾਂ ਉਹ ਕਰਿਆ ਕੰਮ ਇਹਨਾਂ ਨੇ। ਇਨ ਵਿੱਚ ਰਿਲਾਇੰਸ ਇੰਡਸਟਰੀ ਬਿੱਲ ਓਪਨ ਜੀਓ ਵਾਰਡ ਸੈਂਟਰ, ਠੀਕ ਹੈ ਜੀ।
ਕਹਿੰਦੇ ਜੀਓ ਵਰਲਡ ਸੈਂਟਰ ਖੋਲ੍ਹਿਆ ਗਿਆ ਰਿਲਾਇੰਸ ਦੁਆਰਾ। ਠੀਕ ਹੈ ਜੀ, ਤਾਂ ਇਹ ਕਿੱਥੇ ਖੋਲ੍ਹਿਆ ਗਿਆ ਹੈਗਾ? ਰਿਲਾਇੰਸ ਕੰਪਨੀ ਨੇ ਕਿਸ ਸ਼ਹਿਰ ਦੇ ਵਿੱਚ ਜੀਓ ਵਰਲਡ ਸੈਂਟਰ ਖੋਲ੍ਹੇਗੀ? ਤਾਂ ਇਹ ਖੋਲੂਗੀ ਭਾਈ ਮੁੰਬਈ ਦੇ ਵਿੱਚ। ਕਰੈਕਟਰ ਰੋਡ ਮਾਰਿਸ਼, ਕਰੈਕਟਰ ਰੋਡ ਮਾਰਿਸ਼ ਪਾਸਡ ਅਵੇ, ਇਹਨੇ ਡੈਥ ਹੋ ਗਈ। ਇਹ ਕਿਹੜੀ ਕੰਟਰੀ ਨਾਲ ਸੰਬੰਧਿਤ ਸੀ ਬੱਚਿਓ? ਇਹ ਹੈਗੇ ਸੀ ਆਪਣੇ ਆਸਟ੍ਰੇਲੀਆ ਨਾਲ। ਰੀਸੈਂਟਲੀ ਇਨ ਵਿਚ ਸਿਟੀ, ਕਹਿੰਦੇ ਰੀਸੈਂਟਲੀ ਇਨ ਵਿਚ ਸਿਟੀ ਸਟੱਡੀ ਇਨ ਇੰਡੀਆ ਮੀਟ ਹੈਜ਼ ਬੀਨ ਆਰਗੇਨਾਈਜ਼ੇਸ਼ਨ। ਇਸ ਪ੍ਰੋਗਰਾਮ ਦਾ ਆਯੋਜਨ ਕਿਸ ਸ਼ਹਿਰ ਦੇ ਵਿੱਚ ਹੋਇਆ? ਸਟੱਡੀ ਇਨ ਇੰਡੀਆ ਜਿਹੜਾ ਪ੍ਰੋਗਰਾਮ ਆ, ਇਹਦਾ ਜਿਹੜਾ ਪ੍ਰੋਗਰਾਮ ਹੋਇਆ ਇਹ ਕਿਹੜੇ ਸ਼ਹਿਰ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਗਾ? ਤਾਂ ਇਹ ਕੀਤਾ ਗਿਆ ਬੱਚਿਓ ਢਾਕਾ ਦੇ ਵਿੱਚ। ਤਾਂ ਇਹ ਕੀਤਾ ਗਿਆ ਬੱਚਿਓ ਢਾਕਾ ਦੇ ਵਿੱਚ, A ਨੰਬਰ ਆਪਸ਼ਨ। ਰੀਸੈਂਟਲੀ ਇੰਡੀਅਨ ਰੇਲਵੇ ਹੈਜ਼ ਬੀਨ ਟੈਸਟਡ ਐਂਟੀ ਕਲੂਜ਼ਨ ਸਿਸਟਮ ਨੇਮਡ, ਕਹਿੰਦੇ ਇੱਕ ਜਿਹੜਾ ਆਪਣਾ ਇੰਡੀਅਨ ਰੇਲਵੇ ਆ ਉਹਨਾਂ ਨੇ ਇੱਕ ਨਵਾਂ ਸਿਸਟਮ ਚਲਾਤਾ ਐਂਟੀ ਕਲੂਜ਼ਨ ਸਿਸਟਮ। ਭਾਰਤੀ ਰੇਲਵੇ ਨੇ ਐਂਟੀ ਟਿਕਟ ਸਿਸਟਮ ਦਾ ਪ੍ਰੀਖਣ ਕੀਤਾ, ਉਸ ਦਾ ਕੀ ਨਾਮ ਰੱਖਿਆ? ਉਹਦਾ ਨਾਮ ਰੱਖਿਆ ਬੱਚਿਓ ਇਹਨਾਂ ਨੇ ਕਵਚ। ਇਹ ਕਿਉਂ ਰੱਖਿਆ? ਕਹਿੰਦੇ ਮਤਲਬ ਜੇ ਕੋਈ ਬੰਦਾ ਰੇਲ ਗੱਡੀ ਦੇ ਮੂਹਰੇ ਆਉਣ ਦੀ ਕੋਸ਼ਿਸ਼ ਕਰੂਗਾ ਤਾਂ ਇਹ ਜਿਹੜਾ ਮਤਲਬ ਸਿਸਟਮ ਲਾ ਰਹੇ ਆ ਉਹਦੇ ਨਾਲ ਗੱਡੀ ਆਟੋਮੈਟਿਕ ਬ੍ਰੇਕ ਲੱਗ ਜਾਣਗੇ ਗੱਡੀ ਦੇ। ਠੀਕ ਹੈ ਜੀ, ਉਹਦੇ ਵਾਸਤੇ ਇਹ ਚੀਜ਼ ਕੀਤੀ ਗਈ ਹੈ। ਅਤੇ ਇਹ ਪ੍ਰੋਜੈਕਟ ਇਹਦਾ ਨਾਮ ਕੀ ਹੈਗਾ ਐਂਟੀ ਟਿਕਟ ਦਾ? XUV 700। ਰੀਸੈਂਟਲੀ ਹੂ ਲਾਂਚ, ਕਹਿੰਦੇ ਹੁਣੇ ਲਾਂਚ ਕੀਤਾ ਗਿਆ ਹੈਗਾ ਇਨੀਟੇਟਿਵ ਸੰਭਵ ਐਂਡ ਸਵਾਲਾ 1 ਟੂ ਟੇਕਲ ਦਾ ਇਸ਼ੂ ਆਫ ਪਲਾਸਟਿਕ ਵੇਸਟ ਆਫ ਇੰਡੀਆ। ਭਾਰਤ ਦੇ ਵਿੱਚ ਪਲਾਸਟਿਕ ਕਚਰੇ ਦੇ ਨਿਪਟਾਰੇ ਲਈ ਪਹਿਲ ਕੀਤੀ ਗਈ ਆ ਆਹ ਪ੍ਰੋਗਰਾਮ ਦੇ ਤਹਿਤ। ਠੀਕ ਹੈ ਜੀ, ਇਹ ਗੱਲ ਕਹਿ ਰਹੇ ਨੇ, ਕਹਿੰਦੇ ਇਹਦਾ ਉਦਘਾਟਨ ਕਿਹਨੇ ਕੀਤਾ ਗਾ? ਠੀਕ ਹੈ ਜੀ, ਇਹਨੂੰ ਲਾਂਚ ਕਿਹਨੇ ਕੀਤਾ ਗਾ? ਸੰਭਵ ਐਂਡ ਸਵਾਲਾ 1 ਪਲਾਸਟਿਕ ਨੂੰ ਲੈ ਕੇ, ਤਾਂ ਇਹਦਾ ਉਦਘਾਟਨ ਕੀਤਾ ਆਪਣੇ ਮੋਦੀ ਸਾਹਿਬ ਜੀ ਨੇ। ਨਹੀਂ ਮੋਦੀ ਸਾਹਿਬ ਨੇ ਜੀ ਨੇ, ਇਹਨੇ ਭਾਨੂ ਪ੍ਰਤਾਪ ਸਿੰਘ ਵਰਮਾ, B ਨੰਬਰ ਆਪਸ਼ਨ। ਮੋਟੋ ਕੀ ਇਹਦਾ? ਨੋ ਯੂਅਰ ਵੇਸਟ ਐਂਡ ਹਾਊ ਰੀਸਾਈਕਲਿੰਗ ਇਜ਼ ਦਾ ਰਾਈਟ ਥਿੰਗ ਟੂ ਡੂ ਵਿਚ ਇਜ਼ ਟੂ ਬੀ ਡਨ ਟੂ ਦਾ ਰਾਈਟ ਵੇ। ਥੀਮ ਯਾਦ ਹੁੰਦਾ ਤਾਂ ਕਰ ਲਿਓ ਭਾਈ। ਰੀਸੈਂਟਲੀ ਆਯੂਸ਼ ਅਨਾਊਂਸਡ, ਆਯੂਸ਼ ਇੱਕ ਮਹਿਕਮਾ ਗਾ ਮੰਤਰਾਲੇ ਇੱਕ, ਇਹਨੇ ਇਨਵੈਸਟਮੈਂਟ ਕੀਤੀ ਹੈ ਕਿੰਨੇ ਦੀ? 100 ਕਰੋੜ ਦੀ, ਟੂ ਡਿਵੈਲਪ ਕਰਨ ਵਾਸਤੇ ਆਯੂਸ਼ ਹੈਲਥ ਕੇਅਰ ਸੈਕਟਰ ਦੇ ਵਿੱਚ ਸਟੇਟ ਹੈਲਥ ਦੀਆਂ ਆਯੂਸ਼ ਦੇ ਤਹਿਤ ਸਿਹਤ ਸੇਵਾ ਨੂੰ ਵਧੀਆ ਬਣਾਉਣ ਦੇ ਲਈ ਇਸ ਮਹਿਕਮੇ ਨੇ ਕਿਸ ਸਟੇਟ ਨੂੰ 100 ਕਰੋੜ ਰੁਪਏ ਦਿੱਤਾ ਗਾ? ਤਾਂ ਇਹ ਦਿੱਤਾ ਭਾਈ ਨਾਗਾਲੈਂਡ ਨੂੰ। ਠੀਕ ਹੈ ਜੀ। ਰੀਸੈਂਟਲੀ ਐਟ ਵਿਚ ਪਲੇਸ ਜੰਮੂ ਕਸ਼ਮੀਰ ਇੰਡੀਅਨ ਆਰਮੀ ਹੈਜ਼ ਆਰਗੇਨਾਈਜ਼ਡ 3 ਡੇ ਵਿੰਟਰ ਫੈਸਟੀਵਲ। ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਆਪਣੀ ਜਿਹੜੀ ਭਾਰਤੀ ਸੈਨਾ ਹੈ ਇਹਨੇ 3 ਦਿਵਸ ਵਾਸਤੇ ਵਿੰਟਰ ਫੈਸਟੀਵਲ ਮਨਾਇਆ ਹੈਗਾ। ਇਹ ਕਿੱਥੇ ਮਨਾਇਆ ਗਿਆ ਹੈਗਾ? ਇਹ ਮਨਾਇਆ ਗਿਆ ਆਪਣੇ ਗੁਲਮਰਗ ਦੇ ਵਿੱਚ। ਠੀਕ ਹੈ ਜੀ। ਵਿੱਚ IIT ਇੰਸਟੀਟਿਊਟ ਫਿਊਚਰ ਕ੍ਰਾਈਮ ਰਿਸਰਚ ਫਾਊਂਡੇਸ਼ਨ ਬਿੱਲ ਬਿਲਡ ਇਹ ਸਰਚ ਇੰਜਨ ਟੂ ਹੈਲਪ ਪੁਲਿਸਿੰਗ। ਕਹਿੰਦੇ ਪੁਲਿਸ ਦੀ ਮਦਦ ਲਈ ਇੱਕ ਸਰਚ ਇੰਜਨ ਕਿਸ IIT ਨੇ ਬਣਾਇਆ ਹੈਗਾ? ਤਾਂ 2 IIT ਆਈਆਂ, ਤਾਂ ਇਹ ਬਣਾਇਆ ਭਾਈ IIT ਕਾਨਪੁਰ ਨੇ। ਠੀਕ ਹੈ। ਰੀਸੈਂਟਲੀ ਵਿੱਚ ਇੰਡੀਅਨ ਇਕੁਇਸਟ੍ਰੀਅਨ ਐਂਡ ਐਥਲੀਟ ਬੀਕਮ ਫਸਟ ਇੰਡੀਅਨ ਟੂ ਟੇਕ ਏਸ਼ੀਅਨ ਗੇਮਸ ਟਰਾਇਲ। ਕਹਿੰਦੇ ਕਿਹੜਾ ਭਾਰਤੀ ਘੁੜਸਵਾਰ ਐਥਲੀਟ, ਠੀਕ ਹੈ, ਏਸ਼ੀਆਈ ਖੇਡਾਂ ਦੇ ਵਿੱਚ ਟਰਾਇਲ ਦੇਣ ਵਾਲਾ ਪਹਿਲਾ ਭਾਰਤੀ ਬਣ ਗਿਆ? ਕਿਹੜਾ ਬਣ ਗਿਆ ਭਾਈ? ਇਹ ਬਣ ਗਿਆ ਆਪਣਾ A ਨੰਬਰ ਆਪਸ਼ਨ, ਸ਼ਾਸ਼ਾਂਕ ਕਟਾਰੀਆ। ਰੀਸੈਂਟਲੀ ਹੁਣੇ ਹੀ ਹੂ ਹੈਜ਼ ਬੀਕਮ ਫਸਟ ਵੂਮਨ ਕ੍ਰਿਕਟਰ ਟੂ ਅਪੀਅਰ ਇਨ 6 ਵਰਲਡ ਕੱਪ। ਕਹਿੰਦੇ ਪੂਰੀ ਦੁਨੀਆ ਦੇ ਵਿੱਚੋਂ ਕਿਹੜੀ ਪਹਿਲੀ ਮਹਿਲਾ ਕ੍ਰਿਕਟਰ ਹੈ ਜਿਹੜੇ 6 ਵਰਲਡ ਕੱਪ ਦੇ ਵਿੱਚ 6ਵੇਂ ਵਰਲਡ ਕੱਪ ਦੇ ਵਿੱਚ ਹਿੱਸਾ ਲੈ ਰਹੀ ਹੈ। ਇਦੋਂ ਪਹਿਲਾਂ ਇਹ 5 ਵਰਲਡ ਕੱਪ ਖੇਡ ਗਈ, 6ਵੇਂ 'ਚ ਹਿੱਸਾ ਲੈ ਗਈ, ਤਾਂ ਇਹ ਪਹਿਲੀ ਮਹਿਲਾ ਬਣ ਗਈ, ਆਪਣੀ ਦੁਨੀਆ ਦੀ ਪਹਿਲੀ ਮਹਿਲਾ ਬਣ ਗਈ। ਇਹ ਮਹਿਲਾ ਦੇ ਵਿੱਚ ਦੇਖੀਏ ਤਾਂ ਆਪਾਂ ਮਹਿਲਾ ਔਰਤਾਂ ਦੇ ਵਿੱਚ ਤਾਂ ਪਹਿਲੀ ਬਣ ਗਈ। ਇਹ ਕਿਹੜੀ ਆਪਣੀ? ਇਹ ਹੈਗੀ ਮਿਥਾਲੀ ਰਾਜ। ਠੀਕ ਹੈ ਜੀ। ਅਤੇ ਦੁਨੀਆ ਦੇ ਵਿੱਚ ਜੇ ਆਪਾਂ ਟੋਟਲ ਦੇ ਵਿੱਚ ਦੇਖੀਏ ਬੰਦੇ ਬੁੜੀਆਂ ਦੋਨੋਂ ਨੂੰ ਇਕੱਠਾ ਜੋੜ ਕੇ ਦੇਖੀਏ ਤਾਂ ਉਹਦੇ 'ਚ ਤੀਸਰਾ ਰੈਂਕ ਹੈਗਾ। ਪਹਿਲੇ ਰੈਂਕ 'ਤੇ ਤਾਂ ਜਾਵੇਦ ਹੈ, ਦੂਜੇ ਰੈਂਕ 'ਤੇ ਆਪਣਾ ਸਚਿਨ ਹੈ। ਆਹ ਬੁੱਕ ਕਿਹਨੇ ਲਿਖੀ ਹੈ? ਦਾ ਬਲੂ ਬੁੱਕ ਇਹ ਰਾਈਟਰ ਇਜ਼ ਜਰਨਲ। ਇਹ ਬੁੱਕ ਕਿਹਨੇ ਲਿਖੀ ਹੈ? ਤਾਂ ਇਹ ਬੁੱਕ ਲਿਖੀ ਹੈ ਭਾਈ ਆਪਣੇ ਅਮਿਤਾਵਾ ਕੁਮਾਰ ਨੇ। ਰੀਸੈਂਟਲੀ ਐਟ ਵਿਚ ਪਲੇਸ CISF ਓਬਜ਼ਰਵ ਇਟ 53ਵਾਂ ਰੇਸਿੰਗ ਡੇ ਔਨ 6 ਮਾਰਚ। 6 ਮਾਰਚ ਨੂੰ CISF ਨੇ ਆਪਣਾ 53ਵਾਂ ਸਥਾਪਨਾ ਦਿਵਸ ਮਨਾਇਆ ਹੈਗਾ। ਇਹ ਕਿੱਥੇ ਮਨਾਇਆ ਗਿਆ ਹੈਗਾ? ਇਹ ਮਨਾਇਆ ਗਿਆ ਆਪਣਾ ਗਾਜ਼ੀਆਬਾਦ।
स्टेट बैंक ऑफ इंडिया डिप्टी मैनेजिंग डायरैक्टर, ठीक है, स्टेट ऑफ बैंक इंडिया ने कहते आपका डिप्टी मैनेजिंग डायरैक्टर किनू लाता, ये लाता भाई अपना ए नंबर ऑप्शन ਨੂੰ नितिन चुग ਨੂੰ, ठीक है। स्टेट ऑफ इंडिया ने आपका डिप्टी मैनेजिंग डायरैक्टर लाता। तो SBI कदों बनी सी 1955 के, हैडकुआटर कितने मुंबई के, चेयरमैन कौन है, दिनेश कुमार खरा। हू इनोग्रेटेड द पुणे मैट्रो रेल प्रोजैक्ट, ठीक है जी, हू इनोग्रेटेड पुणे मैट्रो रेल प्रोजैक्ट, तो यदा उद्घाटन किहने किया पुणे मैट्रो रेल प्रोजैक्ट का, तो ये किया नरेंद्र मोदी जी ने, ठीक है जी। रीसेंटली फ्रॉम विच स्टीलथ डिस्ट्रॉय इंडियन नेवी सक्सैसफुली टेस्ट फाइट एक्सटेंड रेंज एंड अटैक ब्रह्मोस सुपरसोनिक क्रूज मिसाइल, किस स्टील राष्ट्र तो भारतीय नौसेना ने ज़्यादा दूरी तो भूमि हमले ब्रह्मोस सुपरसोनिक मिसाइल तो बचने एक सफल परीक्षण किया, किने किया सफल परीक्षण, ये किया अपना ए नंबर ऑप्शन चेन्नई ने। बस डायरैक्ट ही याद कर लो ये प्रश्न। जन औषधि, ठीक है जी, जन औषधि दिवस, जन औषधि लिखना सी, जन औषधि दिवस किस दिन मनाया जाता है, तो ये मनाया जाता बच्चों अपना बी नंबर ऑप्शन 7 मार्च को मनाया जाता। तो यदा थीम जरूर याद कर लो नाल, जन औषधि जन उपयोगी। द क्यून ऑफ इंडियन पॉप, ठीक है जी, द ऑथर बायोग्राफी ऑफ उषा उत्तपा, ये बुक लिखी गई है द क्यून ऑफ इंडियन पॉप, द क्यून ऑफ इंडियन पॉप, ये किहदी बायोग्राफी है, ये हैगी है उषा उत्तप दी। कहते जी बायोग्राफी है ये किहने लिखी है बच्चों, तो ये लिखी है अपनी सृष्टि झा ने। नारी शक्ति पुरस्कार 2020 ना किस सम्मानित किया गया, वैरी 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 इंपोर्टेंट प्रश्न है ये, पक्का पूछा जाना, लालोद, इलालोद। पंडित हरिप्रसाद चौरसिया लाइफ टाइम अचीवमेंट अवार्ड नाल किस सम्मानित किया गया है, ठीक है जी, तो यह सम्मानित किया गया अपना उस्ताद अमजद अली खान। रीसेंटली विच क्रिकेटर बीकॉम इंडिया का सैकेंड हाईएस्ट विकेट टेकर आफ्टर अनिल कौंबले 619 इन टैसट मैच, कहते टैसट मैचों के अनिल कौंबले तो बाद दूसरे नंबर पर अधिक विकेटा लैन वाला टैसट मैचों के दूजा खिडारी कौन बनया, पहला खिडारी कौन, दूसरे नंबर पर कौन बन गया, पहले तो ये दूसरे नंबर पर बन गया, तो ये बनया भाई अपना ए नंबर ऑप्शन, ठीक है जी, ए नंबर ऑप्शन रविचंद्रन एशविन। विच विलेज ऑफ गुजरात इज़ गोइंग टू द फस्ट कंप्लीटली सोलराइज विलेज, कहते अपना इंडिया की ला लो या गुजरात का ला लो कि पहला जो पूरी तरह कंप्लीट सोलर से करता सारा सिस्टम उत्थों का, ठीक है जी, कंप्लीटली सोलर से करता, तो वह किहड़ा विलेज बन गया, वो बन गया अपना दुधहल्ला, ठीक है जी। Recently, who has been appointed as chairperson of Telecom Dispute Settlement and Appellate Tribunal, दूरसंचार विवाद ਨਾਲ ਨਿਪਟਣ ਅਤੇ ਨਿਆਂਧੀਸ਼ ਦੇ ਰੂਪ ਵਿੱਚ ਕਿਸ ਨੂੰ ਨਿਯੁਕਤ ਕੀਤਾ ਗਿਆ ਹੈਗਾ, ਤਾਂ ਦੋ ਆਪਸ਼ਨ ਹੈਗਾ, ਇਹ ਕਰਿਆ ਗਿਆ ਜਸਟਿਸ DN ਪਟੇਲ ਨੂੰ। ਇਹ ਮਤਲਬ ਕੀ ਪਰਸਨ ਟੈਲੀਕਾਮ ਡਿਸਪਿਊਟ ਦਾ ਮਤਲਬ ਕੀ ਹੈਗਾ, ਰੇਂਜ ਨੂੰ ਲੈ ਕੇ ਕੰਪਨੀਆਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੁੰਦੀ ਰਹਿੰਦੀ ਹੈ, ਉਹ ਚੀਜ਼ ਦੇ ਜਿਹੜੇ ਨਿਪਟਾਰੇ ਆ ਉਹਨਾਂ ਨੂੰ ਕੌਣ ਹੱਲ ਕਰਨਗੇ, ਜਸਟਿਸ DN ਪਟੇਲ, ਠੀਕ ਹੈ ਬੱਚਿਓ। ਇਹ ਨਾਲ ਆਪਣੇ 5 ਤੋਂ ਲੈ ਕੇ 8 ਮਾਰਚ ਤੱਕ ਦੇ ਕਰੰਟ ਅਫੇਅਰ ਕੰਪਲੀਟ ਹੋ ਗਏ। ਇੱਕ ਵਾਰੀ ਵੀਡੀਓ ਦੇਖ ਲਓ, ਵਾਰੀ ਵੀਡੀਓ ਦੇਖਣ ਦੀ ਕੋਈ ਲੋੜ ਨਹੀਂ ਹੈਗੀ, ਠੀਕ ਹੈ। ਬਾਕੀ PDF ਤੋਂ ਰਿਵੀਜ਼ਨ ਕਰੋ ਆਪਦੀ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।